ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਨਜ਼ਰਾਂ ਮਿਲਾ ਕੇ ਝੂਠ ਨਹੀਂ ਬੋਲਿਆ ਜਾ ਸਕਦਾ। ਸਮਾਗਮ ਵਿੱਚ ਸਾਰੇ ਰਲ ਕੇ ਤੂੰ ਵੀ ਚੰਗਾ ਮੈਂ ਵੀ ਚੰਗਾ ਵਾਲਾ ਮਾਹੌਲ ਬਣਾਉਂਦੇ ਹਨ। ਜੇ ਇਰਾਦਾ ਮਜ਼ਬੂਤ ਹੈ ਤਾਂ ਮੁਸ਼ਕਿਲਾਂ ਮਜ਼ਬੂਤ ਨਹੀਂ ਹੋ ਸਕਦੀਆਂ। ਸਫਲਤਾ ਲਈ ਸਵੈ ਵਿਸ਼ਵਾਸ ਦੀ ਲੋੜ ਪੈਂਦੀ ਹੈ। ਸਵੈ ਵਿਸ਼ਵਾਸ ਯੋਗਤਾ, ਮਿਹਨਤ ਅਤੇ ਤਿਆਰੀ ਨਾਲ ਉਸਰਦਾ ਹੈ। ਜ਼ਿੰਦਗੀ ਨੂੰ ਚੱਲਦੇ ਰੱਖਣ ਲਈ ਕੋਈ ਇੱਛਾ ਜਾਂ ਚਿੰਤਾ ਹੋਣੀ ਚਾਹੀਦੀ ਹੈ। ਦੁੱਖ ਪਿੱਛੇ ਵੱਲ ਝਾਕਦੇ ਹਨ, ਚਿੰਤਾ ਆਲੇ ਦੁਆਲੇ ਵੱਲ ਵੇਖਦੀ ਹੈ, ਵਿਸ਼ਵਾਸ ਅੱਗੇ ਵੱਲ ਉਲਰਦਾ ਹੈ। ਗਿੱਲੀ ਲੱਕੜ ਬਲਨ ਨਾ ਬਲਨ ਦੀ ਦੁਚਿੱਤੀ ਵਿੱਚ ਧੁਖਦੀ ਰਹਿੰਦੀ ਹੈ। ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਪਤਨੀ ਦਾ ਚਾਅ ਵੇਖ ਕੇ ਪਤੀ ਸੋਚ ਕੇ ਪ੍ਰਸੰਨ ਹੁੰਦਾ ਹੈ ਕਿ ਮੈਂ ਇਸ ਦੀ ਮਾਣ ਕਰਨ ਯੋਗ ਵੱਡੀ ਪ੍ਰਾਪਤੀ ਸਿੱਧ ਹੋਇਆ ਹਾਂ। ਜਦੋਂ ਕੋਈ ਇਸਤਰੀ ਜਾਂ ਪੁਰਸ਼ ਆਪਣੇ ਪਿਆਰ ਦਾ ਐਲਾਨ ਕਰਦਾ ਹੈ ਤਾਂ ਉਹ ਧੋਖਾ ਖਾਣ ਲਈ ਤਿਆਰੀ ਵੀ ਆਰੰਭ ਕਰ ਦਿੰਦਾ ਹੈ। ਸਫਲ ਵਿਆਹ ਵਿੱਚ ਇਸਤਰੀ ਪੁਰਸ਼ ਇੱਕ ਦੂਜੇ ਦੇ ਸੋਚਣ ਢੰਗ ਨੂੰ ਸਮਝ ਜਾਂਦੇ ਹਨ। ਕਈ ਇੱਕ ਦੂਜੇ ਦਾ ਸੋਚਣ ਢੰਗ ਹੀ ਨਹੀਂ ਅਪਣਾਉਂਦੇ, ਇੱਕ ਦੂਜੇ ਦੀ ਥਾਂ ਵੀ ਅਪਣਾ ਲੈਂਦੇ ਹਨ। ਮਨੁੱਖ ਦੇ ਜੀਵਨ ਵਿੱਚ ਪ੍ਰਾਪਤ ਹੋਣ ਵਾਲੇ ਅਨੁਭਵ ਵੱਧ ਗਏ ਹਨ, ਪਰ ਉਹਨਾਂ ਤੋਂ ਕੁਝ ਸਿੱਖਣ ਦੀ ਯੋਗਤਾ ਘਟ ਗਈ ਹੈ। ਜਿਨ੍ਹਾਂ ਨੂੰ ਮਾਪੇ ਅਤੇ ਸਕੂਲ ਨਹੀਂ ਪਾਲਦੇ, ਉਹਨਾਂ ਨੂੰ ਜੇਲ੍ਹਾਂ ਪਾਲਦੀਆਂ ਹਨ। ਮਨੁੱਖ ਚੰਗਾ ਇਸ ਲਈ ਬਣਨਾ ਅਤੇ ਦਿਸਣਾ ਚਾਹੁੰਦਾ ਹੈ ਕਿਉਂਕਿ ਉਹ ਪਿਆਰ ਕਰਨਾ ਅਤੇ ਕੀਤੇ ਜਾਣਾ ਚਾਹੁੰਦਾ ਹੈ। ਪੁਰਸ਼ ਦੇ ਵਿਹਾਰ ਵਿੱਚ ਸੰਜਮ, ਸੁਹਿਰਦਤਾ, ਹਮਦਰਦੀ ਅਤੇ ਸਤਿਕਾਰ ਦੇ ਗੁਣ ਇਸਤਰੀ ਵਾਸਤੇ ਪੁਰਸ਼ ਨੂੰ ਪਿਆਰ ਕਰਨ ਯੋਗ ਬਣਾ ਦਿੰਦੇ ਹਨ। ਵੱਧ ਰਹੇ ਤਲਾਕਾਂ ਦਾ ਮੁੱਖ ਕਾਰਨ ਇਸਤਰੀ ਦੇ ਮਨ ਵਿੱਚ ਪੁਰਸ਼ ਦੇ ਹਮਲਿਆਂ ਨੂੰ ਅੱਖਾਂ ਮੀਚ ਕੇ ਬਰਦਾਸ਼ਤ ਕਰਨ ਤੋਂ ਇਨਕਾਰ ਹੈ। ਸਮਾਜ ਵਿੱਚ ਸਿਆਣੇ ਪੁਰਸ਼ਾਂ ਦੀ ਗਿਣਤੀ ਜਿਤਨੀ ਵਧੇਗੀ, ਉਤਨਾ ਹੀ ਇਸਤਰੀ ਜਾਤੀ ਵਿੱਚ ਵਧੇਰੇ ਵਿਕਾਸ ਵਾਪਰੇਗਾ। ਜੇ ਬੇਜੋੜ ਅਤੇ ਹਿੰਸਕ ਵਿਆਹ ਤੋੜਨ ਵਿੱਚ ਪ੍ਰਸੰਨਤਾ ਅਤੇ ਸੁਤੰਤਰਤਾ ਮਿਲਦੀ ਹੈ ਤਾਂ ਤੋੜ ਦਿਓ। ਤੁਹਾਨੂੰ ਆਪਣੇ ਫੈਸਲੇ ਦਾ ਪਛਤਾਵਾ ਨਹੀਂ ਹੋਵੇਗਾ, ਸਗੋਂ ਤੁਹਾਡਾ ਸਵੈ ਵਿਸ਼ਵਾਸ ਵਧੇਗਾ। ਇਸਤਰੀਆਂ ਪੁਰਸ਼ਾਂ ਨੂੰ ਇਹ ਨਹੀਂ ਕਹਿੰਦੀਆਂ ਕਿ ਸਾਡੇ ਬਾਰੇ ਚੰਗਾ ਸੋਚੋ, ਸਗੋਂ ਇਹ ਕਹਿੰਦੀਆਂ ਹਨ ਕਿ ਸਾਡੇ ਬਾਰੇ ਬੁਰਾ ਸੋਚਣਾ ਬੰਦ ਕਰਕੇ ਆਪ ਸੁਖੀ ਸੁਖਾਲੇ ਹੋਵੋ ਅਤੇ ਸਾਨੂੰ ਚੰਗੇਰੀ ਦੇਖਭਾਲ ਕਰਨ ਦਿਓ। ਮੱਧਕਾਲ ਵਿੱਚ ਜੇ ਦੁਸ਼ਮਣ ਆਮੋ ਸਾਹਮਣੇ ਹੋ ਜਾਂਦੇ ਸਨ ਅਤੇ ਕਿਸੇ ਨਾਲ ਇਸਤਰੀ ਹੁੰਦੀ ਸੀ ਤਾਂ ਹਮਲਾ ਨਹੀਂ ਸੀ ਕੀਤਾ ਜਾਂਦਾ, ਸਗੋਂ ਦੁਸ਼ਮਣ ਅਤੇ ਉਸ ਦੀ ਪਤਨੀ ਦੀ ਰੱਖਿਆ ਕੀਤੀ ਜਾਂਦੀ ਸੀ। ਇਸਲਾਮ ਵਿੱਚ ਕਿਸੇ ਵੀ ਉਮਰ ਵਿੱਚ ਕਾਮ ਤਿਆਗਣ ਦੀ ਰੀਤ ਨਹੀਂ ਹੈ। ਜੇ ਕਿਸੇ ਲੜਕੇ ਲੜਕੀ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਵੇ ਤਾਂ ਉਹਨਾਂ ਨੂੰ ਕਿਸੇ ਤਰਕ ਨਾਲ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਪਿਆਰ ਅੱਖਾਂ ਤੋਂ ਦਿਲ ਵੱਲ ਚੱਲਦਾ ਹੈ, ਰਸਤੇ ਵਿੱਚ ਦਿਮਾਗ ਨਹੀਂ ਆਉਂਦਾ। ਯਾਦਾਂ ਯਥਾਰਥ ਨਾਲੋਂ ਵੱਧ ਸੁਹਾਵਣੀਆਂ ਹੋਣ ਕਰਕੇ ਕੀਮਤੀ ਹੁੰਦੀਆਂ ਹਨ। ਪੁੱਤਰ ਨਵੀਂ ਪੀੜ੍ਹੀ ਦਾ ਪ੍ਰਤੀਨਿਧ ਹੁੰਦਾ ਹੈ, ਧੀ ਨਵੀਂ ਜ਼ਿੰਦਗੀ, ਨਵੇਂ ਖਾਨਦਾਨ ਦਾ ਸੁਨੇਹਾ ਹੁੰਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਇਮਾਨਦਾਰੀ ਮੁੱਕ ਗਈ ਹੈ ਤਾਂ ਅਸੀਂ ਉਸ ਦੇ ਮੁੜ ਸਥਾਪਿਤ ਹੋਣ ਦੀ ਕਾਮਨਾ ਵੀ ਕਰ ਰਹੇ ਹੁੰਦੇ ਹਾਂ। ਮਰਦਾਨਗੀ ਹਿੰਸਾਤਮਕ, ਕਾਬਜ਼ੀ ਅਤੇ ਹਮਲਾਵਰੀ ਬਿਰਤੀ ਹੈ। ਅਣਖ ਅਤੇ ਮਾਣ ਇਸ ਦੇ ਸੁਭਾਵਿਕ ਅੰਗ ਹਨ। ਦਿਲ ਦੀਆਂ ਗੱਲਾਂ ਉਹਨਾਂ ਨਾਲ ਕਰਨ ਲਈ ਹੁੰਦੀਆਂ ਹਨ ਜਿਨ੍ਹਾਂ ਦੇ ਕਦੇ ਵੀ ਸਾਡੇ ਰਕੀਬ ਬਣਨ ਦਾ ਡਰ ਨਹੀਂ ਹੁੰਦਾ। ਗਲਤ ਅਤੇ ਨਾਜਾਇਜ਼ ਰਿਸ਼ਤੇ ਲੱਗਦੇ ਪੱਕੇ ਹਨ, ਪਰ ਪੱਕੇ ਇਹ ਨੁਕਸਾਨ ਕਰਨ ਅਤੇ ਬਦਨਾਮ ਕਰਨ ਵਿੱਚ ਹੁੰਦੇ ਹਨ। ਫੜਾ ਮਾਰਨ ਵਾਲੇ ਦਿਲਚਸਪ ਹੁੰਦੇ ਹਨ। ਇਹ ਹਵਾਈ ਕੀਲੇ ਬੜੇ ਉਸਾਰਦੇ ਹਨ, ਪਰ ਇਹ ਭਰੋਸੇਮੰਦ ਨਹੀਂ ਹੁੰਦੇ। ਇਹਨਾਂ ਨੂੰ ਕੋਈ ਜ਼ਿੰਮੇਵਾਰੀ ਨਾ ਦਿਓ, ਇਹਨਾਂ ਦੀਆਂ ਫੜਾਂ ਨੂੰ ਮਨੋਰੰਜਨ ਸਮਝੋ।
ਭੈੜੇ ਬੰਦੇ ਦੇ ਬਦਨਾਮ ਹੋਣ ਵਿੱਚ ਦੇਰ ਨਹੀਂ ਲੱਗਦੀ। ਸ਼ਰੀਫ ਵਿਅਕਤੀ ਬਦਨਾਮ ਹੁੰਦਾ ਹੁੰਦਾ ਆਪਣੇ ਆਪ ਨੂੰ ਬਦਨਾਮੀ ਤੋਂ ਬਚਾ ਲੈਂਦਾ ਹੈ, ਕਿਉਂਕਿ ਉਸ ਦਾ ਬੁਨਿਆਦੀ ਅਕਸ ਸ਼ਰੀਫ ਬੰਦੇ ਵਾਲਾ ਹੁੰਦਾ ਹੈ। ਸ਼ਰਾਫਤ ਬੰਦੇ ਦੇ ਅੰਦਰ ਹੁੰਦੀ ਹੈ, ਪਰ ਇਹ ਦਿਸਦੀ ਬਾਹਰੋਂ ਹੈ। ਕਿਸੇ ਨਾਲ ਲੜਨ ਤੋਂ ਬਚਣ ਵਾਸਤੇ ਤੁਹਾਡੇ ਕੋਲ ਜਿਤਨੇ ਵਧੇਰੇ ਤਰਕ ਹੋਣਗੇ, ਤੁਸੀਂ ਉਤਨੇ ਵਧੇਰੇ ਸ਼ਕਤੀਸ਼ਾਲੀ ਹੋਵੋਗੇ। ਸਾੜਾ ਕਰਨ ਵਾਲੇ ਨੂੰ ਇਤਨਾ ਨਿਤਾਣਾ ਕਰ ਦਿੰਦਾ ਹੈ ਕਿ ਉਸ ਵਿੱਚ ਕੋਈ ਗੁਣ ਉਪਜਦਾ ਹੀ ਨਹੀਂ। ਚੁੱਪ ਰਹਿਣੇ ਵਿਅਕਤੀ ਨੂੰ ਹਰ ਵੇਲੇ ਬੋਲਦੇ ਰਹਿਣ ਵਾਲੇ ਬੰਦੇ ਨਾਲੋਂ ਵਧੇਰੇ ਮਹੱਤਵਪੂਰਨ ਸਮਝਿਆ ਜਾਂਦਾ ਹੈ, ਕਿਉਂਕਿ ਉਹ ਚੁੱਪ ਰਹਿ ਕੇ ਵੀ ਆਪਣੀ ਸਾਰੀ ਗੱਲ ਸਫਲਤਾ ਨਾਲ ਦੱਸ ਸਕਦਾ ਹੈ। ਸ਼ਰਮ ਇਸਤਰੀ ਦੇ ਨੈਣ ਨਕਸ਼ਾਂ ਨੂੰ ਲਿਸ਼ਕਾ ਦਿੰਦੀ ਹੈ। ਚੁੱਪ ਰਹਿਣ ਵਿੱਚ ਸਿਆਣਪ ਹੁੰਦੀ ਹੈ। ਸੰਜਮ ਵਿੱਚ ਸਿਆਣਪ ਨਾਲੋਂ ਵੀ ਵੱਡਾ ਗੁਣ ਨਿਮਰਤਾ ਵੀ ਹੁੰਦੀ ਹੈ। ਜਿਹੜਾ ਬਹੁਤ ਘੱਟ ਮੁਸਕਰਾਉਂਦਾ ਹੈ, ਉਸ ਦੀ ਮੁਸਕਰਾਹਟ ਕਿਸੇ ਵਿਅਕਤੀ ਜਾਂ ਵਰਤਾਰੇ ਸੰਬੰਧੀ ਮਹੱਤਵਪੂਰਨ ਟਿੱਪਣੀ ਹੁੰਦੀ ਹੈ। ਮੂਰਖ ਨਾਲ ਬਹਿਸ ਕਰੋ, ਲੋਕ ਉਸ ਨੂੰ ਨਹੀਂ, ਤੁਹਾਨੂੰ ਮੂਰਖ ਕਹਿਣਗੇ। ਸਵੈਮਾਨ ਖੋਇਆ ਨਹੀਂ ਜਾਂਦਾ, ਇਹ ਸਾਡੇ ਵੱਲੋਂ ਗਵਾਇਆ ਜਾਂਦਾ ਹੈ। ਇਤਰ ਫੁਲੇਲ ਦੀ ਸ਼ੀਸ਼ੀ ਖੁੱਲ੍ਹੀ ਰਹੇ ਤਾਂ ਇਸ ਨਾਲ ਸੁਗੰਧੀ ਫੈਲਦੀ ਨਹੀਂ, ਗੁਆਚਦੀ ਹੈ। ਕਈ ਵਾਰੀ ਸਾਡੇ ਅਸਮਾਨ ਨੂੰ ਵੀ ਜਾਲੇ ਲੱਗ ਜਾਂਦੇ ਹਨ। ਅਮਰੀਕਾ ਦੀ ਚੜ੍ਹਤ ਯੂਰਪ ਦਾ ਪਤਨ ਸਾਬਤ ਹੋਈ ਹੈ। ਇਕੱਠੇ ਰਹਿਣਾ ਚਾਹੁੰਦੇ ਹੋ, ਤੇਲ ਅਤੇ ਪਾਣੀ ਵਾਂਗ ਜਾਂ ਦੁੱਧ ਅਤੇ ਖੰਡ ਵਾਂਗ। ਭਾਰਤ ਵਿੱਚ ਅੰਗਰੇਜ਼ ਹਾਕਮਾਂ ਵਾਂਗ ਸੋਚਦੇ ਸਨ, ਅਸੀਂ ਗੁਲਾਮਾਂ ਵਾਂਗ ਸੋਚਦੇ ਸਾਂ। ਸੁਤੰਤਰਤਾ ਸੰਗਰਾਮੀਆਂ ਨੇ ਸਾਡੀ ਸੋਚ ਬਦਲੀ। ਪਤਨੀ ਦੀ ਵਫ਼ਾਦਾਰੀ ਨਾਲ ਪਤੀ ਨੂੰ ਅਜਿਹੀ ਸੁਰੱਖਿਆ ਦੀ ਭਾਵਨਾ ਮਿਲਦੀ ਹੈ, ਜਿਹੜੀ ਹੋਰ ਕਿਧਰੋਂ ਨਹੀਂ ਮਿਲਦੀ। ਜਦੋਂ ਕਿਸੇ ਸੱਭਿਆਚਾਰ ਉੱਤੇ ਬਾਹਰੀ ਪ੍ਰਭਾਵ ਪੈਂਦੇ ਹਨ, ਤਾਂ ਉਸ ਸੱਭਿਆਚਾਰ ਦੀ ਭਾਸ਼ਾ ਵੀ ਖਿਚੜੀ ਹੋ ਜਾਂਦੀ ਹੈ। ਅੱਧੀ ਸਦੀ ਪਹਿਲਾਂ ਪ੍ਰੇਮਿਕਾ ਨੂੰ ਮਿਲਣ ਜਾਣਾ, ਪ੍ਰੇਮੀ ਦੀ ਤੀਰਥ ਯਾਤਰਾ ਅਤੇ ਪ੍ਰੇਮੀ ਨੂੰ ਮਿਲਣ ਜਾਣਾ, ਪ੍ਰੇਮਿਕਾ ਦਾ ਗੰਗਾ ਇਸ਼ਨਾਨ ਹੋਇਆ ਕਰਦਾ ਸੀ। ਅਹਿੰਸਾ ਦਾ ਸੰਕਲਪ ਗਾਂਧੀ ਜੀ ਦੀ ਕਾਢ ਸੀ, ਪਰ ਉਹ ਭੁੱਲ ਗਏ ਕਿ ਅਸੀਂ ਅਹਿੰਸਾ ਕਾਰਨ ਹੀ ਗੁਲਾਮ ਬਣੇ ਸੀ। ਬਾਹਰੀ ਹਮਲਿਆਂ ਸਮੇਂ ਭਾਰਤੀ ਜੰਗ ਕਰਦੇ ਰਹੇ ਅਤੇ ਹਾਰਦੇ ਰਹੇ, ਅਤੇ ਹਾਰਨ ਉਪਰੰਤ ਇਹ ਕੇਵਲ ਜੰਗ ਕਰਨ ਜੋਗੇ ਰਹਿ ਗਏ। ਸੈਰ ਅਕਸਰ ਉਹੀ ਕਰਦੇ ਹਨ ਜਿਹੜੇ ਇਕੱਲ ਅਤੇ ਇਕਾਂਤ ਨੂੰ ਮਾਣਦੇ ਹਨ। ਇਹ ਮਜ਼ਬੂਤ ਇਰਾਦੇ ਵਾਲੇ, ਤੰਦਰੁਸਤ ਜੀਵਨ ਜਿਉਣ ਵਾਲੇ, ਉਤਸ਼ਾਹੀ, ਸਹਿਯੋਗੀ ਅਤੇ ਸਰਲ ਲੋਕ ਹੁੰਦੇ ਹਨ। ਜਦੋਂ ਸਾਡੇ ਜੀਵਨ ਵਿੱਚ ਇੱਕ ਭਰਪੂਰ ਪਿਆਰ ਵਾਪਰ ਜਾਂਦਾ ਹੈ, ਤਾਂ ਮਹਿਸੂਸ ਹੁੰਦਾ ਹੈ ਕਿ ਜਵਾਨੀ ਗੁਜ਼ਰ ਗਈ ਹੈ। ਬੇਈਮਾਨੀ ਦਾ ਭਾਵੇਂ ਕਿਸੇ ਨੂੰ ਪਤਾ ਨਾ ਲੱਗੇ, ਇਹ ਤਾਂ ਵੀ ਹਾਨੀਕਾਰਕ ਹੁੰਦੀ ਹੈ, ਕਿਉਂਕਿ ਇਹ ਚਰਿੱਤਰ ਦੀ ਸ਼ਕਤੀ ਨੂੰ ਖੋਰ ਕੇ ਬੇਈਮਾਨੀ ਨੂੰ ਤਿਆਗਣ ਦੀ ਹਿੰਮਤ ਖੋਹ ਲੈਂਦੀ ਹੈ। ਪੁਰਾਤਨ ਰੋਮ ਅਤੇ ਯੂਨਾਨ ਦੇ ਲੋਕ ਸੁਤੰਤਰਤਾ ਦੇ ਮਤਵਾਲੇ ਸਨ। ਉਹ ਮੌਤ ਤੋਂ ਘੱਟ ਅਤੇ ਗੁਲਾਮੀ ਤੋਂ ਵੱਧ ਡਰਦੇ ਸਨ। ਪਰੰਪਰਾ ਦਾ ਸੁੱਖ ਵੀ ਹੁੰਦਾ ਹੈ। ਕੁਝ ਸੋਚਣਾ ਨਹੀਂ ਪੈਂਦਾ, ਦੁਹਰਾਏ ਜਾ ਰਹੇ ਦੁਹਰਾਉਣਾ ਹੀ ਹੁੰਦਾ ਹੈ। ਕਈਆਂ ਦੀ ਯਾਦ ਸਾਨੂੰ ਕਿਸੇ ਹੋਰ ਨਾਲ ਰਿਸ਼ਤਾ ਹੀ ਨਹੀਂ ਗੰਢਣ ਦਿੰਦੀ। ਅੱਧੀ ਸਦੀ ਪਹਿਲਾਂ ਤੱਕ ਬਰਾਤ ਇਸ ਲਈ ਕਈ ਦਿਨ ਰਹਿੰਦੀ ਸੀ, ਕਿਉਂਕਿ ਇਹ ਝਾੜੀਆਂ, ਟਿੱਬਿਆਂ, ਬੀੜਾਂ, ਜੰਗਲਾਂ ਵਿੱਚੋਂ ਲੰਘਣ ਕਾਰਨ ਪਹੁੰਚਦੀ ਹੀ ਮੁਸ਼ਕਿਲ ਨਾਲ ਸੀ। 2-3 ਦਿਨ ਤਾਂ ਬਰਾਤ ਦੀ ਥਕਾਵਟ ਹੀ ਨਹੀਂ ਸੀ ਲਹਿੰਦੀ। ਭਾਰਤੀ ਵਿਦੇਸ਼ਾਂ ਵਿੱਚ ਬੜੀ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹਨ, ਕਿਉਂਕਿ ਉੱਥੇ ਉਹਨਾਂ ਦੀਆਂ ਲੱਤਾਂ ਖਿੱਚਣ ਵਾਲੇ ਗੁਆਂਢੀ ਅਤੇ ਰਿਸ਼ਤੇਦਾਰ ਨਹੀਂ ਹੁੰਦੇ। ਸੱਸ ਅਤੇ ਨੂੰਹ ਆਪਣੇ ਗ੍ਰਹਿ ਯੁੱਧ ਵਿੱਚ ਆਪਣਾ ਮੋਰਚਾ ਇਸ ਵਿਸ਼ਵਾਸ ਨਾਲ ਸੰਭਾਲਦੀਆਂ ਹਨ ਕਿ ਮੈਂ ਜਲਦੀ ਜਿੱਤ ਜਾਵਾਂਗੀ, ਪਰ ਅੰਦਰ ਖਾਤੇ ਦੋਹਾਂ ਨੂੰ ਆਪਣੇ ਹਾਰ ਜਾਣ ਦਾ ਤੌਖਲਾ ਹੁੰਦਾ ਹੈ। ਡਾਕੂ ਦਾ ਇਸਤਰੀ ਲਿੰਗ ਨਹੀਂ ਹੁੰਦਾ। ਅਨਪੜ੍ਹ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਦੂਜੇ ਸ਼ਹਿਰ, ਦੂਜੇ ਪ੍ਰਾਂਤ, ਦੂਜੇ ਦੇਸ਼ ਵਿੱਚ ਕੀ ਹੋ ਰਿਹਾ ਹੈ।
ਕਿਸੇ ਸੋਹਣੀ ਅੱਖ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੁਰਮਾ ਬੜੇ ਰਗੜੇ ਖਾਂਦਾ ਹੈ। ਧਾਰਮਿਕ ਸਥਾਨ ਵਿੱਚ ਸ਼ਰਧਾਲੂਆਂ ਲਈ ਸ਼ਰਧਾ ਅਤੇ ਪ੍ਰਬੰਧਕਾਂ ਲਈ ਚੜ੍ਹਾਵਾ ਮਹੱਤਵਪੂਰਨ ਹੁੰਦਾ ਹੈ। ਦਿਲ ਦੀ ਆਵਾਜ਼ ਕਿਸੇ ਬੋਲੀ ਵਿੱਚ ਹੋਵੇ, ਸਮਝ ਆ ਜਾਂਦੀ ਹੈ। ਜਦੋਂ ਕਿਸੇ ਸਮਾਜ ਵਿੱਚ ਕਿਸੇ ਪ੍ਰਕਾਰ ਦੀ ਹਿੰਸਾ ਹੁੰਦੀ ਹੈ ਤਾਂ ਇਸ ਦੀ ਸਭ ਤੋਂ ਵਧੇਰੇ ਸ਼ਿਕਾਰ ਔਰਤ ਹੁੰਦੀ ਹੈ। ਸਮਝਦਾਰ ਲੋਕ ਅਕਸਰ ਲੰਮਾ ਜੀਵਨ ਜਿਉਂਦੇ ਹਨ, ਭਾਵੇਂ ਉਹਨਾਂ ਵਿੱਚੋਂ ਕਈਆਂ ਦੀ ਉਮਰ ਲੰਮੀ ਨਾ ਹੋਵੇ ਤਾਂ ਵੀ ਵਡੇਰੀ, ਉਚੇਰੀ ਅਤੇ ਵਿਸ਼ਾਲ ਸਮਝ ਕਾਰਨ ਥੋੜ੍ਹੇ ਅਰਸੇ ਵਿੱਚ ਉਹ ਵਧੇਰੇ ਜਿਉ ਲੈਂਦੇ ਹਨ। ਹਰ ਕਿਸੇ ਦੀ ਮਾਂ ਕੁਝ ਅਜਿਹਾ ਬਣਾਉਣ, ਰਿੰਨਣ, ਪਕਾਉਣ ਵਿੱਚ ਮਾਹਿਰ ਹੁੰਦੀ ਹੈ ਜਿਹੜਾ ਹਰ ਕਿਸੇ ਨੂੰ ਸਾਰਾ ਜੀਵਨ ਯਾਦ ਰਹਿੰਦਾ ਹੈ। ਚੰਗੀ ਸ਼ਖਸੀਅਤ ਉਹ ਹੁੰਦੀ ਹੈ ਜਿਸ ਨਾਲ ਹੱਥ ਮਿਲਾਉਣ ਨਾਲ ਹੀ ਅਸੀਂ ਮਜ਼ਬੂਤ ਹੋ ਗਏ ਮਹਿਸੂਸ ਕਰਦੇ ਹਾਂ। ਮਨੁੱਖ ਨੂੰ ਪੁਰਾਤਨ ਯੁੱਗ ਵਿੱਚ ਅੱਗ ਬਾਲਣੀ ਨਹੀਂ ਸੀ ਆਉਂਦੀ, ਸੋ ਅੱਗ ਦੀ ਧੂਣੀ ਦਾ ਕੋਈ ਦੀਵਾ ਨਿਰੰਤਰ ਜਗਦਾ ਰੱਖਿਆ ਜਾਂਦਾ ਸੀ, ਜੋ ਅੱਜ ਧਾਰਮਿਕ ਕਰਮਕਾਂਡ ਦਾ ਆਧਾਰ ਬਣ ਗਿਆ ਹੈ। ਮਨੁੱਖ ਨੂੰ ਪੁਰਾਤਨ ਯੁੱਗ ਵਿੱਚ ਅੰਬੇਦਕਰ ਦਾ ਆਪਣਾ ਨਾਂ ਨਹੀਂ ਸੀ। ਇਹ ਉਸ ਅਧਿਆਪਕ ਦਾ ਨਾਂ ਸੀ ਜਿਸ ਨੇ ਉਸ ਨੂੰ ਜੀਵਨ ਆਦਰਸ਼ ਦਿੱਤਾ ਸੀ ਅਤੇ ਭੀਮ ਰਾਓ ਨੇ ਆਪਣਾ ਨਾਂ ਅੰਬੇਦਕਰ ਰੱਖ ਲਿਆ ਸੀ। ਜਿਹੜੇ ਖੁੱਲ੍ਹ ਕੇ ਗੱਲਾਂ ਕਰਦੇ ਹਨ ਉਹ ਕਹੀਆਂ ਸੁਣੀਆਂ ਭੁੱਲਣਯੋਗ ਗੱਲਾਂ ਨੂੰ ਜਲਦੀ ਭੁੱਲ ਜਾਂਦੇ ਹਨ, ਕਿਉਂਕਿ ਉਹ ਸਾੜੇ ਈਰਖਾ ਤੋਂ ਮੁਕਤ ਹੁੰਦੇ ਹਨ। ਉਦਾਸ, ਪਰੇਸ਼ਾਨ ਵਿਅਕਤੀ ਨੂੰ ਸੁਣੋ, ਉਸਦੀ ਅੱਧੀ ਉਦਾਸੀ ਅਤੇ ਪਰੇਸ਼ਾਨੀ ਮੁੱਕ ਜਾਵੇਗੀ, ਬਾਕੀ ਅੱਧੀ ਉਹ ਆਪ ਮੁਕਾ ਲਵੇਗਾ। ਨਿਰਸੰਦੇਹ ਪੈਸਾ, ਜਾਇਦਾਦ ਮਹੱਤਵਪੂਰਨ ਹਨ, ਪਰ ਜ਼ਿੰਦਗੀ ਦੇ ਇੱਕ ਪੜਾਅ ਉੱਤੇ ਕੇਵਲ ਸੰਤੁਸ਼ਟਤਾ ਦੀ ਹੀ ਲੋੜ ਹੁੰਦੀ ਹੈ। ਸੱਚੀ ਦੋਸਤੀ ਵਿੱਚ ਅਹੁਦੇ ਦਾ ਕੋਈ ਮਹੱਤਵ ਨਹੀਂ ਹੁੰਦਾ। ਭੈੜਾ ਵਿਹਾਰ ਤਾਕਤ ਵਿੱਚੋਂ ਨਹੀਂ, ਕਮਜ਼ੋਰੀ ਵਿੱਚੋਂ ਉਪਜਦਾ ਹੈ। ਜੇ ਲੰਮਾ ਅਰਸਾ ਆਪਣਾ ਰਾਜ ਨਾ ਰਿਹਾ ਹੋਵੇ ਤਾਂ ਚੱਜ ਅਚਾਰ ਨਹੀਂ ਉਸਰਦਾ। ਲੋਕਾਂ ਕੋਲ ਪੈਸਾ ਆ ਜਾਂਦਾ ਹੈ ਪਰ ਲੱਗਦੇ ਉਹ ਗਰੀਬ ਹੀ ਹਨ, ਕਿਉਂਕਿ ਵਿਹਾਰ ਅਤੇ ਬੋਲਬਾਣੀ ਗਰੀਬਾਂ ਵਾਲੀ ਹੁੰਦੀ ਹੈ। ਕਈ ਡਿਗਰੀ ਲੈ ਕੇ ਸਮਝਦੇ ਹਨ ਕਿ ਪੜ੍ਹਾਈ ਮੁੱਕ ਗਈ ਹੈ। ਕਈਆਂ ਨੂੰ ਡਿਗਰੀ ਲੈਣ ਦਾ ਅਵਸਰ ਨਹੀਂ ਮਿਲਦਾ, ਪਰ ਪੜ੍ਹਾਈ ਜਾਰੀ ਰਹਿੰਦੀ ਹੈ। ਕਿਸੇ ਵੱਡੇ ਅਧਿਕਾਰੀ ਦਾ ਭੈੜਾ ਵਿਹਾਰ ਦੁੱਗਣਾ ਭੈੜਾ ਲੱਗਦਾ ਹੈ। ਜਦੋਂ ਕੋਈ ਬੁੜਬੁੜ ਕਰਨ ਲੱਗ ਪਏ, ਰੋਕੋ ਨਾ, ਨਹੀਂ ਰੁਕੇਗਾ। ਉਹ ਉਦੋਂ ਹੀ ਰੁਕੇਗਾ ਜਦੋਂ ਉਸਦੀ ਬੁੜਬੁੜ ਉਸਦੀ ਆਪਣੀ ਸਮੱਸਿਆ ਬਣ ਜਾਵੇਗੀ। ਹਰੇਕ ਘਰ ਦਾ ਇੱਕ ਲਚਕਦਾਰ ਡਿਸਿਪਲਨ ਹੁੰਦਾ ਹੈ ਜਿਸ ਨੂੰ ਮੰਨਣਾ ਮਹਿਮਾਨ ਲਈ ਵੀ ਜ਼ਰੂਰੀ ਹੁੰਦਾ ਹੈ। ਭੈੜਾ ਵਿਆਹ ਇਸ ਲਈ ਭੈੜਾ ਹੁੰਦਾ ਹੈ ਕਿਉਂਕਿ ਇਹ ਪਤੀ ਪਤਨੀ ਦੋਹਾਂ ਦਾ ਨੁਕਸਾਨ ਕਰਦਾ ਹੈ। ਸਾਂਝੀ ਅਤੇ ਖੁੱਲ੍ਹੀ ਗੱਲਬਾਤ ਵਿੱਚ ਨਿੱਜੀ ਬਿਮਾਰੀਆਂ ਅਤੇ ਘਰੇਲੂ ਝਗੜਿਆਂ ਦੇ ਕਿੱਸੇ ਸੁਣਾਉਣਾ ਭੈੜਾ ਵਿਹਾਰ ਹੁੰਦਾ ਹੈ। ਘਰ ਪਰਿਵਾਰ ਵਿੱਚ ਵਰਤੋਂ ਵਿਹਾਰ ਦੇ ਨੇਮ ਇਸਤਰੀ ਸਥਾਪਿਤ ਕਰਦੀ ਹੈ ਅਤੇ ਡਿਸਿਪਲਨ ਦੇ ਨੇਮ ਪਿਤਾ ਨਿਰਧਾਰਤ ਕਰਦਾ ਹੈ। ਇਹਨਾਂ ਦੀ ਪਾਲਣਾ ਕਰਨ ਨਾਲ ਹਰ ਕਿਸੇ ਦੀ ਕਾਰਗੁਜ਼ਾਰੀ ਸੁਧਰਦੀ ਹੈ। ਕੁਝ ਮਹਿਮਾਨ ਬਿਨਾਂ ਦੱਸੇ ਆ ਜਾਂਦੇ ਹਨ, ਕੁਝ ਨੂੰ ਚਾਅ ਨਾਲ ਬੁਲਾਇਆ ਜਾਂਦਾ ਹੈ। ਬੁਲਾਏ ਜਾਣ ਯੋਗ ਮਹਿਮਾਨ ਬਣੋ। ਘਰ ਸਹਿਯੋਗ ਅਤੇ ਆਰਾਮ ਲਈ ਹੁੰਦਾ ਹੈ, ਵਿਰੋਧ ਅਤੇ ਸੰਗਰਾਮ ਲਈ ਨਹੀਂ। ਸਮਾਗਮ ਵਿੱਚ ਸੱਜਰੇ ਲੱਗਣਾ ਬੜਾ ਜ਼ਰੂਰੀ ਹੁੰਦਾ ਹੈ ਅਤੇ ਬਹੇ ਹੋਣ ਤੋਂ ਪਹਿਲਾਂ ਰਵਾਨਾ ਹੋ ਜਾਣਾ ਵੀ ਜ਼ਰੂਰੀ ਹੁੰਦਾ ਹੈ। ਕਈਆਂ ਨੂੰ ਕੇਵਲ ਸੱਚ ਬੋਲਣ ਦਾ ਮਾਣ ਹੁੰਦਾ ਹੈ, ਪਰ ਇਹਨਾਂ ਵਿੱਚ ਸੱਚ ਸੁਣਨ ਦੀ ਹਿੰਮਤ ਨਹੀਂ ਹੁੰਦੀ। ਰਿਸ਼ਤੇਦਾਰ ਨਾਲ ਵਿਗੜੀ ਹੋਣ ਦੇ ਬਾਵਜੂਦ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ, ਪਰ ਗੁਆਂਢੀ ਨਾਲ ਵਿਗੜੀ ਹੋਣ 'ਤੇ ਜ਼ਿੰਦਗੀ ਸੌਖੀ ਨਹੀਂ ਗੁਜ਼ਰੇਗੀ। ਕਿਸੇ ਪਾਰਟੀ ਜਾਂ ਸਮਾਗਮ ਵਿੱਚ ਕੁਝ ਅਣਸੁਖਾਵਾਂ ਵਾਪਰਨ ਦੀਆਂ ਮਗਰੋਂ ਬਾਰ-ਬਾਰ ਗੱਲਾਂ ਕਰਨੀਆਂ ਚੰਗਾ ਵਿਹਾਰ ਨਹੀਂ ਹੁੰਦਾ।
ਰਿਸ਼ਤੇਦਾਰ ਕਿਸੇ ਵੀ ਉਮਰ ਦੇ ਹੋ ਸਕਦੇ ਹਨ, ਪਰ ਦੋਸਤ ਸਹੇਲੀਆਂ ਲਗਭਗ ਸਾਡੀ ਹੀ ਉਮਰ ਦੇ ਹੁੰਦੇ ਹਨ। ਇੱਕੋ ਉਮਰ ਦੇ ਹੋਣ ਕਾਰਨ ਦੋਸਤਾਂ ਸਹੇਲੀਆਂ ਵਿੱਚ ਨਾ ਵਿੱਥ ਹੁੰਦੀ ਹੈ, ਨਾ ਸੰਕੋਚ, ਨਾ ਉਚੇਚ। ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਬੱਚੇ ਤੰਦਰੁਸਤ ਸਰੀਰਕ ਮਾਨਸਿਕ ਅਵਸਥਾ ਨਾਲ ਸਕੂਲ ਜਾਣ। ਸਕੂਲ ਦਾ ਮੁੱਖ ਕੰਮ ਤਾਂ ਸਿੱਖਿਆ ਦੇਣਾ ਹੀ ਹੁੰਦਾ ਹੈ, ਪਰ ਜੇ ਸਕੂਲ ਕੇਵਲ ਸਿੱਖਿਆ ਹੀ ਦਿੰਦਾ ਹੈ ਤਾਂ ਉਹ ਚੰਗਾ ਸਕੂਲ ਨਹੀਂ। ਸਕੂਲ ਦਾ ਕੰਮ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਰਬਪੱਖੀ ਵਿਕਾਸ ਕਰਨਾ ਹੁੰਦਾ ਹੈ। ਅਸੀਂ ਪੈਰਾਂ ਨਾਲ ਨਹੀਂ ਚੱਲਦੇ, ਚੱਲਣ ਦੇ ਇਰਾਦੇ ਨਾਲ ਚੱਲਦੇ ਹਾਂ। ਖਾਣੇ ਦੀ ਮੇਜ਼ ਤੇ ਨਹੀਂ, ਥਾਣੇ ਦੀ ਹਵਾਲਾਤ ਵਿੱਚ ਪਤਾ ਲੱਗਦਾ ਹੈ ਕਿ ਮਿੱਤਰ ਕੌਣ ਹੈ। ਦੱਖਣੀ ਭਾਰਤ ਵਿੱਚ ਵਿਅਕਤੀ ਦਾ ਨਾਮ ਬੜਾ ਲੰਮਾ ਹੁੰਦਾ ਹੈ, ਜਿਸ ਵਿੱਚ ਉਸ ਦਾ ਨਾਂ, ਪਿਤਾ ਦਾ ਨਾਂ, ਪਿੰਡ ਦਾ ਨਾਂ, ਜਾਤ ਗੋਤ ਦਾ ਨਾਂ ਸ਼ਾਮਲ ਹੁੰਦਾ ਹੈ, ਅਤੇ ਨਾਲ ਹੀ ਇਹ ਵਹਿਮ ਪ੍ਰਚਲਿਤ ਹੈ ਕਿ ਜੇ ਕਿਸੇ ਦਾ ਨਾਂ ਛੋਟਾ ਕਰਕੇ ਬੁਲਾਇਆ ਜਾਵੇ ਤਾਂ ਉਸ ਦੀ ਉਮਰ ਘੱਟ ਜਾਂਦੀ ਹੈ। ਕੋਈ ਵੀ ਵਰਤਾਰਾ ਅਜਿਹਾ ਨਹੀਂ ਹੁੰਦਾ ਜਿਸ ਦੇ ਕੇਵਲ ਗੁਣ ਹੀ ਗੁਣ ਹੋਣ ਜਾਂ ਲਾਭ ਹੀ ਲਾਭ ਹੋਣ। ਜਿਨ੍ਹਾਂ ਮਾਮਲਿਆਂ ਬਾਰੇ ਪੁਰਸ਼ ਲੜਦੇ ਹਨ, ਉਹਨਾਂ ਦੀ ਇਸਤਰੀਆਂ ਨੂੰ ਸਮਝ ਹੀ ਨਹੀਂ ਆਉਂਦੀ। ਜਿਨ੍ਹਾਂ ਮਸਲਿਆਂ ਬਾਰੇ ਇਸਤਰੀਆਂ ਲੜਦੀਆਂ ਹਨ, ਉਹਨਾਂ ਨੂੰ ਪੁਰਸ਼ ਕੋਈ ਮਹੱਤਵ ਨਹੀਂ ਦਿੰਦੇ। ਭਾਰਤ ਸਿਕੰਦਰ ਨਹੀਂ ਪੈਦਾ ਕਰ ਸਕਦਾ, ਅਸ਼ੋਕ ਹੀ ਪੈਦਾ ਕਰ ਸਕਦਾ ਹੈ। ਜੇ ਕਿਸੇ ਨੂੰ ਧੱਕੇ ਨਾਲ ਸ਼ਰਧਾਵਾਨ ਬਣਾਇਆ ਜਾਵੇ ਤਾਂ ਉਹ ਕੱਟੜ ਵਿਰੋਧੀ ਹੋ ਨਿਬੜਦਾ ਹੈ। ਸੋਹਣੀ ਵਿਧਵਾ ਦੀ ਹਾਲਤ ਫਟੀ ਹੋਈ ਮਹਿੰਗੀ ਰੇਸ਼ਮੀ ਸਾੜੀ ਵਰਗੀ ਹੁੰਦੀ ਹੈ। ਬੁਢਾਪੇ ਦੀ ਬੁਨਿਆਦ ਨਿਗਰ ਅਤੇ ਦ੍ਰਿਸ਼ਟੀ ਲੰਮੇਰੀ ਹੁੰਦੀ ਹੈ। ਜ਼ਿੰਦਗੀ ਦਾ ਤਜਰਬਾ ਬੁਢਾਪੇ ਨੂੰ ਥੰਮੀ ਰੱਖਦਾ ਹੈ। ਭੈੜੇ ਬੰਦੇ ਮੌਜਾਂ ਮਾਣਦੇ ਹਨ, ਪਰ ਉਹਨਾਂ ਦਾ ਅੰਤ ਭੈੜਾ ਹੀ ਹੁੰਦਾ ਹੈ। ਚੰਗੇ ਬੰਦੇ ਦੁੱਖ ਭੋਗਦੇ ਹਨ, ਪਰ ਅੰਤ ਵਿੱਚ ਪੂਜੇ ਜਾਂਦੇ ਹਨ। ਅੰਧ ਵਿਸ਼ਵਾਸ ਤਰਕ ਦੀ ਪਰਵਾਹ ਨਹੀਂ ਕਰਦਾ। ਫਰਾਇਡ ਨੇ ਸੁਪਨਿਆਂ ਦੇ ਵਿਸ਼ਲੇਸ਼ਣ ਰਾਹੀਂ ਮਨੁੱਖ ਦੀਆਂ ਮਾਨਸਿਕ ਅਤੇ ਕਾਮਿਕ ਸਮੱਸਿਆਵਾਂ ਹੱਲ ਕਰਨ ਦੀ ਵਿਧੀ ਉਸਾਰੀ ਸੀ, ਅਤੇ ਇਸ ਉਪਰੰਤ ਹਰ ਕਿਸੇ ਨੂੰ ਫਰਾਇਡਵਾਦੀ ਸੁਪਨੇ ਆਉਣ ਲੱਗ ਪਏ ਸਨ, ਜਿਨ੍ਹਾਂ ਦੀ ਹਰ ਕੋਈ ਫਰਾਇਡ ਵਾਂਗ ਵਿਆਖਿਆ ਕਰਨ ਲੱਗ ਪਿਆ ਸੀ। ਇਸਤਰੀ ਦਾ ਨਿੱਜੀ ਗਣਿਤ ਅਕਸਰ ਸਪਸ਼ਟ, ਸਰਲ ਅਤੇ ਸਿੱਧਾ ਹੁੰਦਾ ਹੈ। ਉਸ ਦੀ ਆਪਣੀ ਉਮਰ ਅਸਲ ਨਾਲੋਂ ਅੱਧੀ ਹੁੰਦੀ ਹੈ। ਜਠਾਣੀ ਦੀ ਉਮਰ ਅਸਲ ਨਾਲੋਂ 10 ਸਾਲ ਵੱਧ ਹੁੰਦੀ ਹੈ। ਉਸ ਦੇ ਗਹਿਣੇ ਅਸਲ ਨਾਲੋਂ ਦੂਣੀ ਕੀਮਤ ਦੇ ਹੁੰਦੇ ਹਨ। ਉਸ ਦੀ ਯੋਗਤਾ ਹਰ ਕਿਸੇ ਤੋਂ ਡਿਊਢੀ ਹੁੰਦੀ ਹੈ। ਕਿਸੇ ਨਾਲ ਸੰਬੰਧ ਉਸਾਰਨ ਵਿੱਚ ਕਾਹਲ ਨਹੀਂ ਕਰਨੀ ਚਾਹੀਦੀ, ਪਛਤਾਵਾ ਹੋਵੇਗਾ। ਕੋਸ਼ਿਸ਼ ਕਈ ਕਰਦੇ ਹਨ, ਪਰ ਪਾਣੀ ਰਿੜਕਣ ਨਾਲ ਮੱਖਣ ਨਹੀਂ ਨਿਕਲਦਾ। ਕਿਸੇ ਦਾ ਅਪਮਾਨ ਕਰਕੇ ਮੁਆਫ਼ੀ ਮੰਗਣਾ ਬੜਾ ਆਸਾਨ ਹੁੰਦਾ ਹੈ, ਪਰ ਅਪਮਾਨਿਤ ਹੋ ਕੇ ਕਿਸੇ ਨੂੰ ਮੁਆਫ਼ ਕਰਨਾ ਸੌਖਾ ਨਹੀਂ ਹੁੰਦਾ। ਸਾਡੀਆਂ ਗਲਤੀਆਂ ਹੀ ਨਹੀਂ ਹੁੰਦੀਆਂ, ਸਾਡਾ ਤਜਰਬਾ ਅਤੇ ਸਾਡਾ ਇਤਿਹਾਸ ਵੀ ਹੁੰਦੀਆਂ ਹਨ। ਵਿਗਿਆਨ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਇਸ ਤੇ ਕਿਸੇ ਦੇਸ਼ ਦਾ ਕਬਜ਼ਾ ਨਹੀਂ, ਇਸ ਉੱਤੇ ਹਰ ਕਿਸੇ ਦਾ ਹੱਕ ਹੈ। ਸ਼ੌਕ ਬਦਲਦੇ ਰਹਿੰਦੇ ਹਨ, ਬਦਲਦੇ ਰਹਿਣੇ ਚਾਹੀਦੇ ਹਨ। ਪਤੀ ਪਤਨੀ ਵਿਚਕਾਰ ਜਦੋਂ ਗੱਲ ਮੁਆਫ਼ੀ ਮੰਗਣ ਤੇ ਆ ਜਾਵੇ, ਉਦੋਂ ਤੱਕ ਰਿਸ਼ਤਾ ਲਗਭਗ ਮੁੱਕ ਚੁੱਕਾ ਹੁੰਦਾ ਹੈ। ਪਤੀ ਪਤਨੀ ਵੱਲੋਂ ਇੱਕ ਦੂਜੇ ਦੇ ਰੁਜ਼ਗਾਰ ਨੂੰ ਆਪਣੇ ਰੁਜ਼ਗਾਰ ਨਾਲੋਂ ਘੱਟ ਮਹੱਤਵਪੂਰਨ ਸਮਝਣਾ ਗਲਤ ਵਿਹਾਰ ਹੁੰਦਾ ਹੈ। ਕੰਮ ਵਾਲੀ ਜਗ੍ਹਾ ਤੇ ਦਫ਼ਤਰ ਵਿੱਚ ਚਾਹ ਪੀਣੀ ਪਿਲਾਉਣੀ ਏਸ਼ੀਆਈ ਦੇਸ਼ਾਂ ਦਾ ਰਿਵਾਜ ਹੈ। ਵਿਕਸਿਤ ਦੇਸ਼ਾਂ ਵਿੱਚ ਕਿਸੇ ਦਫ਼ਤਰ ਵਿੱਚ ਨਾ ਚਾਹ ਪੁੱਛੀ ਜਾਂਦੀ ਹੈ, ਨਾ ਪਿਲਾਈ ਜਾਂ ਪੀਤੀ ਜਾਂਦੀ ਹੈ, ਕੰਮ ਨਿਪਟਾਇਆ ਜਾਂਦਾ ਹੈ। ਜੇ ਪਤਨੀ ਸਿਆਣੀ ਹੈ ਤਾਂ ਉਸ ਦੀ ਸਿਆਣਪ ਦਾ ਲਾਭ ਉਠਾਓ। ਜੇ ਕਿਸੇ ਦਾ ਅਧੂਰਾ ਛੱਡਿਆ ਕਾਰਜ ਕਰਨ ਦਾ ਬੀੜਾ ਚੁੱਕਿਆ ਜਾਵੇ ਤਾਂ ਉਸ ਦੇ ਮੁਕੰਮਲ ਹੋਣ ਤੇ ਸਮਾਗਮ ਕਰਨ ਦੀ ਲੋੜ ਨਹੀਂ, ਵਧੇਰੇ ਪ੍ਰਸ਼ੰਸਾ ਹੋਵੇਗੀ। ਕਿਸੇ ਸਮਾਗਮ ਵਿੱਚ ਮਹੱਤਵਪੂਰਨ ਮਹਿਮਾਨ ਅਕਸਰ ਬੈਠਦੇ ਨਹੀਂ, ਉਹ ਚੱਲਦੇ ਫਿਰਦੇ ਹੋਰਾਂ ਨੂੰ ਮਿਲਦੇ ਹਨ।
ਮੈਂ ਇਹ ਨਹੀਂ ਖਾਂਦਾ, ਮੈਂ ਉਹ ਨਹੀਂ ਪੀਂਦਾ, ਮੈਂ ਉਹ ਨਹੀਂ ਪਹਿਨਦਾ, ਮੈਂ ਇਹ ਨਹੀਂ ਕਰਦਾ, ਮੈਂ ਉੱਥੇ ਨਹੀਂ ਜਾਂਦਾ ਆਦਿ ਪ੍ਰਵਿਰਤੀ ਜੇ ਬਹੁਤ ਵੱਧ ਜਾਵੇ ਤਾਂ ਹਰੇਕ ਰਿਸ਼ਤਾ ਟੁੱਟਣ ਦੇ ਰਾਹ ਪੈ ਜਾਂਦਾ ਹੈ। ਜੇ ਸਲੀਕਾ ਤੇ ਸੂਝ-ਬੂਝ ਹੋਣ ਤਾਂ ਡਿਗਰੀਆਂ ਦੀ ਗੱਲ ਕੋਈ ਨਹੀਂ ਕਰੇਗਾ। ਜੇ ਲਿਬਾਸ ਮੌਕੇ ਅਨੁਸਾਰ ਹੋਵੇ ਤਾਂ ਚੰਗਾ ਵਿਹਾਰ ਕਰਨਾ ਸੌਖਾ ਹੋ ਜਾਂਦਾ ਹੈ। ਪੁਸਤਕਾਂ ਸਾਨੂੰ ਨਿੱਤ ਪ੍ਰਤੀ ਦੀਆਂ ਪਰੇਸ਼ਾਨ ਕਰਨ ਵਾਲੀਆਂ ਸਮੱਸਿਆਵਾਂ ਤੋਂ ਪਰੇ ਲੈ ਜਾਂਦੀਆਂ ਹਨ ਅਤੇ ਸਾਨੂੰ ਵੱਖਰੇ ਵਾਤਾਵਰਨ ਵਿੱਚ ਵਿਚਰਨ ਦਾ ਅਵਸਰ ਦਿੰਦੀਆਂ ਹਨ। ਜੇ ਕਿਸੇ ਦਾ ਵਿਹਾਰ ਚੰਗਾ ਹੈ ਤਾਂ ਉਸ ਦਾ ਨਾਂ ਪੁੱਛਣ ਦੀ ਲੋੜ ਨਹੀਂ, ਉਸ ਨੂੰ ਪਛਾਣਨ ਦੀ ਲੋੜ ਹੁੰਦੀ ਹੈ। ਵੱਡੇ ਲੇਖਕ ਸਾਡੇ ਇਤਨਾ ਨੇੜੇ ਹੋ ਕੇ ਲਿਖਦੇ ਹਨ ਕਿ ਸਦੀਆਂ ਦੀ ਦੂਰੀ ਦੇ ਬਾਵਜੂਦ ਉਹ ਸਾਡੇ ਵੱਡੇ ਪਰਿਵਾਰ ਦੇ ਜੀਅ ਲੱਗਦੇ ਹਨ। ਕਿਸੇ ਕਿਤਾਬ ਬਾਰੇ ਰਾਏ ਦੇਣ ਦੀ ਯੋਗਤਾ ਢੇਰ ਕਿਤਾਬਾਂ ਪੜ੍ਹਨ ਉਪਰੰਤ ਉਪਜਦੀ ਹੈ। ਘਰ ਵਿੱਚ ਜਿਸ ਦਾ ਆਪਣਾ ਕਮਰਾ ਹੁੰਦਾ ਹੈ, ਉਸ ਦਾ ਜਿਉਣ ਢੰਗ ਅਤੇ ਜੀਵਨ ਉਦੇਸ਼ ਵੱਖਰਾ ਹੋਵੇਗਾ। ਜੇ ਲੋਕਾਂ ਨੂੰ ਮਾਪਦੇ ਤੋਲਦੇ ਹੀ ਰਹੋਗੇ ਤਾਂ ਉਹਨਾਂ ਨੂੰ ਪਿਆਰ ਨਹੀਂ ਕਰ ਸਕੋਗੇ। ਜਿਹੜੀ ਆਪਣੀ ਸੁੰਦਰਤਾ ਦਾ ਢੰਡੋਰਾ ਪਾਵੇ ਉਹ ਸੁੰਦਰ ਨਹੀਂ ਹੁੰਦੀ। ਕੰਮ ਚੋਰ ਹੀ ਕੰਮ ਤੋਂ ਨਹੀਂ ਕਤਰਾਉਂਦਾ, ਕੰਮ ਵੀ ਕੰਮ ਚੋਰ ਤੋਂ ਬਚ ਕੇ ਕੰਮ ਕਰਨ ਵਾਲੇ ਕੋਲ ਪਹੁੰਚ ਜਾਂਦਾ ਹੈ। ਪ੍ਰਸਿੱਧ ਅਤੇ ਮਹਾਨ ਪਿਤਾ ਨਾਲ ਰਹਿਣਾ ਸੌਖਾ ਨਹੀਂ ਹੁੰਦਾ। ਪ੍ਰਸਿੱਧ ਵਿਅਕਤੀ ਦੀ ਪਤਨੀ ਹੋਣਾ ਬੜਾ ਮੁਸ਼ਕਿਲ ਕਾਰਜ ਹੁੰਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।